ਅਨ ਰਸ ਮਹਿ ਬੋਲਾਇਆ, ਬਿਨ ਨਾਮੈ ਦੁਖ ਜੋ ਪਾਏ। ਸਤਿਗੁਰ ਪੁਰਖ ਨਾ ਭੇਟਿਓ, ਜੇ ਸੱਚੀ ਬੂਝ ਬੁਝਾਏ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਅਨ ਰਸ ਮਹਿ ਭੁਲਾਇਆ, ਬਿਨ ਨਾਮੈ ਦੁਖ ਪਾਏ। ਸਤਿਗੁਰ ਪੁਰਖ ਨਾ ਭੇਟਿਓ, ਜੇ ਸੱਚੀ ਬੂਝ ਬੁਝਾਏ। ਜੋ ਅਨ ਰਸਾਂ ਵਿੱਚ ਭੁਲਾਇਆ ਗਿਆ, ਜਗਤ ਦੀਆਂ ਝੂਠੀਆਂ ਰਸਾਂ ਵਿੱਚ ਵਿਸ਼ਿਆਂ ਵਿੱਚ ਹੀ ਲੱਗ ਗਿਆ। ਪਰਿਪੂਰਨ ਪਰਮਾਤਮਾ ਦਾ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਦੁੱਖ ਪਾਉਂਦਾ ਹੈ। ਕਿਉਂਕਿ ਉਹ ਸਤਿਗੁਰੂ ਪੁਰਖ ਨੂੰ ਨਹੀਂ ਮਿਲਿਆ, ਗੁਰੂ ਉਪਦੇਸ਼ੀ ਗੁਰਮਤੀਆ ਨਹੀਂ ਬਣਿਆ। ਪ੍ਰੇਮਾ ਭਗਤੀ ਦੀ ਸਤਿਗੁਰੂ ਬੂਝ ਬੁਝਾ ਦਿੰਦੇ ਨੇ। ਸਤਿਗੁਰ ਪੁਰਖ ਨਾ ਭੇਟਿਓ, ਜੇ ਸੱਚੀ ਬੂਝ ਬੁਝਾਏ। ਏ ਮਨ ਮੇਰੇ ਬਾਵਲੇ, ਹਰ ਰਸ ਚਖ ਸੌਦ ਪਾਏ। ਅਨ ਰਸ ਲਾਗਾ ਤੂੰ ਫਿਰੇ, ਬਿਰਥਾ ਜਨਮ ਗਵਾਏ। ਹੇ ਮੇਰੇ ਮਨਾ ਬਾਵਲਿਆ, ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ, ਰਸ ਨਾਮ ਦਾ ਲੈ, ਸਵਾਦ ਨਾਮ ਦਾ ਲੈ। ਨਾਮ ਨੂੰ ਜਪ, ਆਤਮ ਆਨੰਦ ਨੂੰ ਛੱਡ। ਹਰਕੇ ਆਨ ਰਸਾਂ ਵਿੱਚ ਜੋ ਤੂੰ ਲੱਗਿਆ ਫਿਰਦਾ, ਆਤਮ ਆਨੰਦ ਨੂੰ ਛੱਡ ਦਿੱਤਾ ਤੂੰ, ਉਹ ਆਨੰਦ ਨਹੀਂ ਲੈਂਦਾ। ਤੂੰ ਅਨ ਰਸਾਂ ਦੇ ਵਿੱਚ ਲੱਗਿਆ ਹੈ, ਪਰ ਉਹ ਰਸ ਚਖਿਆ, ਸਵਾਦ ਲਿਆ, ਤੇਰੀ ਆਸ ਰਿਸ਼ਨਾ ਭੁੱਖ ਦੀ ਨਿਵਰਤ ਹੋਣੀ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਨੇ ਸ੍ਰੀ ਆਨੰਦ ਸਾਹਿਬ ਵਿੱਚ ਵੀ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ, ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਇਹ ਪਿਆਸ ਭੁੱਖ ਨਹੀਂ ਜਾਣੀ। ਜਗਤ ਦੀਆਂ ਰਸਾਂ ਨੂੰ, ਵਿਸ਼ਿਆਂ ਨੂੰ, ਸਵਾਦਾਂ ਨੂੰ ਚਖਦਾ ਹੈ, ਪਰ ਭੁੱਖ ਪਿਆਸ ਫਿਰ ਵੀ ਨਹੀਂ ਜਾਣੀ। ਅਨ ਰਸਾਂ ਨੂੰ ਚਖਿਆ, ਇਸ ਕਰਕੇ ਤੂੰ ਜਨਮ ਨੂੰ ਵਿਅਰਥ ਗਵਾ ਰਿਹਾ। ਤੈਨੂੰ ਅਮੋਲਕ ਜਨਮ ਪਰਿਪੂਰਨ ਪਰਮਾਤਮਾ ਨੇ ਬਖਸ਼ਿਆ ਹੈ, ਇਸ ਜਨਮ ਦਾ ਲਾਹਾ ਲੈ। ਇਸ ਜੁਗ ਮਹਿ ਗੁਰਮੁਖ ਨਿਰਮਲ, ਸਚ ਨਾਮ ਰਹੇ ਲਿਵ ਲਾਇ। ਬਿਨ ਕਰਮਾ ਕਿਛ ਪਾਈਐ ਨਹੀਂ, ਕਿਆ ਕਰ ਕਹਿਆ ਜਾਏ। ਇਹ ਯੁੱਗ ਕਲ ਯੁੱਗ ਦਾ ਹੈ, ਘੋਰ ਕਲ ਯੁੱਗ ਚੱਲ ਰਿਹਾ ਹੈ। ਜੋ ਗੁਰਮੁਖ ਰੱਬ ਦੇ ਪਿਆਰੇ, ਗੁਰ ਸ਼ਬਦੀ ਗੁਰਮਤੀਏ ਨਾਮ ਜਪ ਰਹੇ ਨੇ, ਨਾਮ ਵਿੱਚ ਲਿਵ ਲੱਗੀ ਹੈ ਗੁਰਮੁਖਾਂ ਦੀ। ਸ਼ੁੱਧ ਨੇ, ਨਿਰਮਲ ਨੇ, ਬਿਨਾਂ ਭਾਗਾਂ ਦੇ ਕੁਝ ਨਹੀਂ ਮਿਲਦਾ। ਪਾਤਸ਼ਾਹ ਦੇ ਇਹ ਵੀ ਪਾਵਨ ਬਚਨ ਨੇ। ਬਿਨ ਕਰਮਾ ਕਿਛ ਪਾਈਐ ਨਾਹੀ, ਕਿਆ ਕਰ ਕਹਿਆ ਜਾਏ। ਬਿਨਾਂ ਕਰਮਾਂ ਤੋਂ ਕੁਝ ਮਿਲਦਾ ਨਹੀਂ, ਜੇ ਭਾਗਾਂ ਵਿੱਚ ਹੀ ਨਹੀਂ। ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ ਪਾਵਨ ਬਚਨ ਕਰਨੇ ਭਾਈ। ਭਾਗ ਵੀ ਬਣਾਇਆ ਬਣਦੇ ਨੇ। ਉਦਮ ਕਰੇਗਾ, ਨਾਮ ਜਪੇਗਾ, ਸੇਵਾ ਕਰੇਗਾ, ਤੇਰੇ ਭਾਗ ਬਣਨਗੇ। ਉਦਮ ਕਰੇਂਦੇ ਆ ਜੀਓ ਤੂੰ, ਕਮਾਉਂਦੇ ਆ ਸੁਖ ਪਹੁੰਚ, ਧਿਆਏਂਦੇ ਆ ਤੂੰ ਪ੍ਰਭੂ ਬਿਨ ਨਾਨਕ ਤੇਰੀ ਚਿੰਤਾ ਦਾ ਨਾਸ ਹੋ ਜਾਵੇਗਾ। ਉਦਮ ਕਰ,
ਪ੍ਰਾਰਥਨਾ ਕਰ ਉਸ ਵਾਹਿਗੁਰੂ ਗੇ ਹੀ ਪਰਿਪੂਰਨ ਪਰਮਾਤਮਾ, ਅਮਕੇ ਪੁਰਸ਼ ਨੂੰ ਅਮਕਾ ਪਦਾਰਥ ਦੇ। ਬਿਨ ਕਰਮਾ ਕਿਛ ਪਾਈਐ ਨਾਹੀ, ਕਿਆ ਕਰ ਕਹਿਆ ਜਾਏ ਕਿਵੇਂ ਕਵੇਂਗਾ। ਕੈਸੇ ਪ੍ਰਾਰਥਨਾ ਕੀਤੀ ਜਾਵੇ। ਆਪ ਪਛਾਣੇ ਸ਼ਬਦ ਮਰੇ ਮਨੋ ਤਜ ਵਿਕਾਰ, ਗੁਰ ਸਰਣਾਈ ਭਜ ਪਏ ਬਖਸ਼ੇ ਬਖਸ਼ਣਹਾਰ। ਜੋ ਗੁਰੂ ਸ਼ਬਦ ਕਰਕੇ ਮਨ ਤੋਂ ਵਿਕਾਰਾਂ ਨੂੰ ਕੱਢ ਦਿੰਦੇ ਨੇ ਔਰ ਜੀਵ ਭਾਵ ਤੋਂ ਮਰ ਜਾਂਦੇ ਨੇ, ਆਪਣੇ ਆਪ ਨੂੰ ਪਹਿਚਾਣਦੇ ਨੇ ਔਰ ਗੁਰੂ ਦੀ ਸ਼ਰਨ ਵਿੱਚ ਦੌੜ ਕੇ ਗਿਰ ਜਾਂਦੇ ਨੇ ਕਿ ਮੇਰੇ ਗੁਰੂ ਦੀ ਸ਼ਰਨ ਪਾਵਨ ਪਵਿੱਤਰ ਹੈ। ਗੁਰੂ ਦੀ ਸ਼ਰਨ ਵਿੱਚ ਆਇਆ ਜਨਮਾਂ ਦੇ ਦੁੱਖ ਕੱਟੇ ਜਾਂਦੇ ਨੇ। ਗੁਰੂ ਦੀ ਸ਼ਰਨ ਵਿੱਚ ਆਇਆ ਖੋਟੀ ਮੱਤ ਵੀ ਛੱਡ ਕੇ ਚਲੀ ਜਾਂਦੀ ਹੈ। ਬਖਸ਼ਣ ਖਾਰ ਗੁਰੂ ਕੈਸਾ ਬਖਸ਼ ਵੀ ਲੈਂਦਾ ਹੈ, ਕਿਉਂਕਿ ਬੜਾ ਦਿਆਲੂ ਤੇ ਕਿਰਪਾਲੂ ਹੈ ਗੁਰੂ। ਢਹਿਣ ਵਿੱਚ ਦੇਰੀ ਹੈ, ਬਖਸ਼ਣ ਵਿੱਚ ਦੇਰੀ ਨਹੀਂ। ਬਿਨ ਨਾਵੈ ਸੁਖ ਨਾ ਪਾਈਐ, ਨਾ ਦੁੱਖ ਵਿੱਚ ਹੋ ਜਾਏ। ਇਹੋ ਜਗ ਮਾਇਆ ਮੋਹਿ ਵਿਆਪਿਆ, ਦੂਜੈ ਭਰਮ ਭੁਲਾਏ। ਨਾਮ ਤੋਂ ਬਿਨਾਂ ਸੁੱਖ ਨਹੀਂ ਪ੍ਰਾਪਤ ਹੁੰਦਾ, ਨਾ ਅੰਤਸ਼ਕਰਨ ਵਿੱਚ ਰਾਗ ਦਵੈਸ਼ ਦਾ ਦੁੱਖ ਜਾਂਦਾ। ਇਹ ਸੰਸਾਰ ਮਾਇਆ ਦੇ ਮੋਹ ਸੰਯੁਗਤ ਹੋਇਆ ਹੈ, ਦਵੈਤ ਰੂਪ ਭਰਮ ਵਿੱਚ ਭੁੱਲਿਆ ਫਿਰਦਾ ਹੈ। ਦੁਹਾਗਣੀ ਪੈਰ ਕੀ ਸਾਰ ਨਾ ਜਾਣਗੀ, ਕਿਆ ਕਰ ਕਰੇ ਸਿੰਗਾਰ। ਅਨ ਦਿਨ ਸਦਾ ਜਲਦੀਆਂ ਫਿਰਹਿ, ਸੀਜੈ ਰਵੈ ਨਾ ਪਧਾਰ। ਦੁਹਾਗਣੀਆਂ ਕਿਹਨਾਂ ਨੂੰ ਆਖਿਆ? ਜੋ ਮਨਮੁਖ ਜੀਵ ਰੂਪ ਇਸਤਰੀਆਂ ਨੇ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਸੰਦੇਸ਼ ਨੂੰ ਮੰਨਿਆ ਨਹੀਂ, ਕਮਾਇਆ ਨਹੀਂ। ਮਨਮੁਖ ਦੁਹਾਗਣੀਆਂ ਪਤੀ ਦੀ ਸਾਰ ਨਹੀਂ ਜਾਣਦੀਆਂ ਕਿ ਕਿਸ ਭਾਂਤ ਸ਼ਿੰਗਾਰ ਕਰਿਆ ਮੇਰਾ ਪਿਆਰਾ ਰੀਝਦਾ ਹੈ। ਇਹ ਦੁਨਿਆਵੀ ਸ਼ਿੰਗਾਰ ਕਰਕੇ ਮੇਰਾ ਪ੍ਰਭੂ ਪ੍ਰਸੰਨ ਨਹੀਂ ਹੁੰਦਾ। ਕੈਸਾ ਸ਼ਿੰਗਾਰ ਉਸ ਦਾਤੇ ਨੂੰ ਪਾਉਂਦਾ ਹੈ। ਰਾਤ ਦਿਨ ਬਿਰਹਿ ਦੀ ਅਗਨੀ ਵਿੱਚ ਜਲਦੀਆਂ ਰਹਿੰਦੀਆਂ ਨੇ। ਸੁਆਮੀ ਉਹਨਾਂ ਦੇ ਸੇਜਾਂ ਪਰ ਰਮਣ ਨਹੀਂ ਕਰਦਾ, ਕਿਉਂਕਿ ਉਹ ਮਾਲਕ ਜਾਣਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਘਟ ਘਟ ਦੇ ਅੰਤਰ ਦੀ ਜਾਣਨ ਵਾਲਾ ਮੇਰਾ ਵਾਹਿਗੁਰੂ ਸਮਰੱਥ ਹੈ। ਸੁਹਾਗਣੀ ਮਹਿਲ ਪਾਇਆ, ਵਿੱਚੋਂ ਆਪ ਗਵਾਏ। ਗੁਰ ਸਬਦੀ ਸਿੰਗਾਰੀਆਂ, ਆਪਣੇ ਸਹਿ ਲਈਆਂ ਮਿਲਾਏ। ਗੁਰਮੁਖ ਸੁਹਾਗਣੀਆਂ ਨੇ ਅੰਤਸ਼ਕਰਨ ਦੇ ਵਿੱਚ ਆਪਾ ਭਾਉ ਦੂਰ ਕਰਕੇ ਪਤੀ ਦਾ ਮਹੱਲ ਪਾਇਆ ਹੈ। ਜੋ ਗੁਰੂ ਸ਼ਬਦ ਕਰਕੇ ਸ਼ਿੰਗਾਰੀਆਂ ਨੇ, ਸੋ ਆਪਣੇ ਸੁਆਮੀ ਨੇ ਮਿਲਾ ਲਈਆਂ ਨੇ। ਮਰਣਾ ਮਨੋ ਵਿਸਾਰਿਆ, ਮਾਇਆ ਮੋਹ ਗੁਬਾਰ। ਮਨ ਮੁਖ ਮਰ ਮਰ ਜਮੇ ਭੀ ਮਰੇ, ਜਮਦਰ ਹੋਏ ਖੁਆਰ। ਮਨਮੁਖ ਰੂਪ ਦੁਹਾਗਣੀਆਂ ਨੇ ਮਾਇਆ ਦੇ ਮੋਹ ਰੂਪ ਗਵਾਰ ਅੰਧੇਰੇ ਕਰਕੇ ਮਨ ਤੋਂ ਮਰਨਾ ਵਿਸਾਰ ਦਿੱਤਾ ਹੈ। ਇਸ ਕਰਕੇ ਫਿਰ ਜਨਮ ਦੀ ਮਰਦੀ ਜਮ ਦੇ ਦੁਆਰੇ ਨਿਤ ਖੁਆਰ ਹੁੰਦੀ ਰਹਿੰਦੀ ਹੈ। ਆਪ ਮਲਾਇ ਨਸੇ ਮੇਰੇ ਗੁਰ ਸ਼ਬਦ ਵਿਚਾਰ। ਨਾਨਕ ਨਾਮ ਸਮਾਣੇ ਮੁਖ ਉਜਲੇ, ਤਿਤ ਸਚੈ ਦਰਬਾਰ। ਗੁਰੂ ਨੇ ਸ਼ਬਦ ਦਾ ਵਿਚਾਰ ਕਰਕੇ ਜਿਨ੍ਹਾਂ ਨੂੰ ਆਪ ਮਿਲਾਇਆ ਸੋ ਮਿਲ ਗਏ ਨੇ। ਜੋ ਨਾਮੀ ਵਿੱਚ ਸਮਾ ਗਏ
ਕਿ ਸੱਚੇ ਨਾਮੀ ਨੇ ਦਰਬਾਰ ਵਿੱਚ ਪਿਆਰਿਓ ਤੇ ਇਹਨਾਂ ਦੇ ਮੁਖ ਉਜਲੇ ਹੋਏ ਨੇ। ਆਸਾ ਮਹਲਾ ਪੰਜਵਾ, ਘਰ ਦੂਜਾ ਅਸ਼ਟਪਦੀਆ, ਇਕ ਓੰਕਾਰ ਸਤਿਗੁਰ ਪ੍ਰਸਾਦ। ਪੰਚ ਮਨਾਏ ਪੰਚ ਰਸਾਏ, ਪੰਚ ਵਸਾਏ ਪੰਚ ਗਵਾਏ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਬਖਸ਼ਦੇ ਨੇ। ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਵਿਕਾਰ ਨੇ। ਪੰਜਾਂ ਵਿਕਾਰਾਂ ਦੀ ਨਿਵਰਤੀ ਦੁਆਰਾ ਸੱਤ ਆਦਿਕ ਗੁਣ ਧਾਰਨ ਵਾਲੇ ਸੰਤਾਂ ਦੇ ਸਰੀਰ ਦੀ ਮਹਿਮਾ ਫਰਮਾਉਂਦੇ ਨੇ ਪਾਤਸ਼ਾਹ। ਪੰਚ ਮਨਾਏ ਪੰਚ ਰਸਾਏ, ਪੰਚ ਵਸਾਏ ਪੰਚ ਗਵਾਏ। ਅਸਾਂ ਨੇ ਸਤ ਸੰਤੋਖ ਆਦਿਕ ਪੰਜ ਮਨਾ ਲਏ ਨੇ, ਇਹਨਾਂ ਦਾ ਸਤਿਕਾਰ ਕੀਤਾ। ਔਰ ਪੰਜ ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਕਾਰ, ਇਹ ਰਸਾਏ ਨੇ, ਭਾਵ ਅਸੀਂ ਇਹਨਾਂ ਦੇ ਅਨਸਾਰੀ ਨਹੀਂ ਹੋਏ ਪੰਜੇ ਵਿਕਾਰਾਂ ਦੇ। ਪੰਜ ਤੱਤਾਂ ਦੇ ਖਿਮਾ ਆਦਿਕ ਗੁਣ ਵਸਾ ਲਏ, ਸ਼ਬਦ ਆਦਿਕ ਪੰਜ ਗਵਾ ਦਿੱਤੇ। ਜੋ ਸਤ ਸੰਤੋਖ ਆਦਿਕ ਮਨਾਏ ਸੀ ਉਹ ਪੰਜ ਵਸਾਏ ਹਿਰਦੇ ਵਿੱਚ ਧਾਰ ਲਏ। ਜੋ ਕਾਮ ਆਦਿ ਪੰਜ ਰਸਾਏ ਸੀ ਸੋ ਗਵਾ ਦਿੱਤੇ, ਤਿਆਗ ਦਿੱਤੇ ਪੰਜੇ ਵਿਕਾਰ। ਜੋ ਸਤ ਆਦਿਕ ਪ੍ਰਥਮ ਰਸਾਏ ਸੀ ਸੋ ਮਨਾ ਲਏ। ਜੋ ਪੰਜ ਕਾਮ ਆਦਿ ਵਸਾਏ ਹੋਏ ਸੀ ਉਹ ਗਵਾ ਦਿੱਤੇ। ਇਨ ਵੈਦ ਨਗਰ ਉਠਾ ਮੇਰੇ ਭਾਈ, ਦੁਰਤ ਗਿਆ ਗੁਰ ਗਿਆਨ ਦਿਰੜਾਈ। ਕਿ ਭਾਈ ਇਨ ਪ੍ਰਕਾਰਾਂ ਕਰਕੇ ਸਰੀਰ ਸਤਸੰਗ ਰੂਪੀ ਨਗਰ ਵਸਿਆ, ਸ਼ੁਭ ਗੁਣਾ ਸਹਿਤ ਹੋਇਆ, ਪਾਪ ਦੂਰ ਹੋ ਗਏ, ਗੁਰੂ ਨੇ ਗਿਆਨ ਦੀ ਸਿੱਖਿਆ ਨਿਹਚੇ ਕਰਾ ਦਿੱਤੀ। ਸਾਚ ਧਰਮ ਕੀ ਕਰ ਦੀਨੀ ਵਾਰ, ਪਰਹੀ ਮੋਹਕਮ ਗੁਰ ਗਿਆਨ ਵਿਚਾਰ। ਸੱਚ ਧਰਮ ਦੀ ਇਹ ਨਗਰੀ ਨੂੰ ਬਾੜ ਕਰ ਦਿੱਤੀ ਹੈ। ਜੋ ਗੁਰੂ ਦੁਆਰੇ ਪ੍ਰੋਕ ਅਪਰੋਕ ਗਿਆਨ ਹੋਇਆ, ਇਹ ਦ੍ਰਿੜ ਫਲੇ ਨੇ। ਪੰਜਾਬ ਵਿੱਚ ਜੋ ਤਖਤਿਆਂ ਦੀ ਜਗ੍ਹਾ ਮੋਹੜੇ ਛਾਪੇ ਜੋੜ ਕੇ ਦਰਵਾਜ਼ੇ ਦੀ ਰੋਕ ਕੀਤੀ ਜਾਂਦੀ, ਉਸ ਨੂੰ ਫਲਾ ਕਹਿੰਦੇ ਨੇ। ਨਾਮ ਖੇਤੀ ਬੀਜੋ ਭਾਈ ਮੀਤ, ਸੌਦਾ ਕਰੋ ਗੁਰ ਸੇਵੋ ਨੀਤ। हे ਭਾਈਓ ਮਿੱਤਰੋ, ਅਬ ਇਸ ਨਗਰ ਵਿੱਚ ਨਾਮ ਰੂਪੀ ਖੇਤੀ ਦਾ ਬੀਜਣਾ ਕਰੋ। ਨਾਮ ਦਾ ਬੀਜ ਬੀਜੋ, ਅਬ ਕੱਲੂ ਆਇਓ ਰੇਕ ਨਾਮ ਬੋਵੋ ਬੋਵੋ। ਜੁਗ ਕਲ ਜੁਗ ਦਾ ਹੈ, ਨਾਮ ਦਾ ਬੀਜ ਬੀਜੋ। ਨਿਤ ਗੁਰੂ ਨੂੰ ਸੇਵੋ, ਇਹੀ ਸੌਦਾ ਕਰੋ। ਸਾਤ ਸਹਿਜ ਸੁਖ ਕੇ ਸਭ ਹਾਟ, ਸਾਵਾ ਪਾਰੀ ਏਕੈ ਥਾਟ। जब शांति आत्मा सुख करके सब इंद्रिय रूप दुकान पूरन होए, तब शाह गुरु व्यापारी जो जग्यासु ने सो दोनों एक ही बनाव के भाव सिख गुरु रूप हो जाता है। जे जिया डन को लय ना जगात, सतगुर कर दीनी धुर की छाप। ਕਾਮ ਕਰੋ ਲੋਭੋ ਹੰਕਾਰ ਵਿਕਾਰਾਂ ਦਾ ਟਿਕਟ ਜੋ ਹਰ ਆਦਮੀ ਪਿੱਛੇ ਲੱਗਿਆ ਹੋਇਆ ਹੈ, ਕਿਉਂਕਿ ਇਹ ਵਿਕਾਰ ਸਭਨਾਂ ਪਿੱਛੇ ਬੜੇ ਬਲ ਸਹਿਤ ਲੱਗੇ ਹੋਏ ਨੇ। ਨੌਂ ਗ੍ਰਹਿਆਂ ਦਾ ਦੰਡ ਚੁੰਗੀ ਜਮਦੂਤਾਂ ਦੀ ਇਸ ਨਗਰ ਵਿੱਚ ਕੋਈ ਨਹੀਂ ਲੈਂਦਾ। ਕਾਰਨ ਇਹ ਜੋ ਆਦਿ ਪਰਮੇਸ਼ਰ ਦੀ ਭਗਤੀ ਰੂਪ ਛਾਪ ਸਤਿਗੁਰੂ ਨੇ ਕਰ ਦਿੱਤੀ, ਮਾਫੀ ਦੀ ਮੋਹ ਲਾ ਦਿੱਤੀ ਹੈ ਗੁਰੂ ਨੇ। ਜੇ ਜੀਆ ਡਨ ਕੋ ਲਏ ਨਾ ਜਗਾਤ, ਸਤਿਗੁਰ ਕਰ ਦੀਨੀ ਧੁਰ ਕੀ ਛਾਪ।
ਬਖਰ ਨਾਮ ਲਦ ਖੇਪ ਚਲਾਵੋ, ਲੈ ਲਾ ਗੁਰਮੁਖ ਘਰ ਆਵੋ। ਨਾਮ ਦਾ ਸੌਦਾ ਲੱਦ ਕੇ ਖੇਪ ਚਲਾਓ ਭਾਈ, ਗੁਰੂ ਦੁਆਰੇ ਲਾਭ ਲੈ ਕੇ ਆਪਣੇ ਸੂਹ ਵਿੱਚ ਆਵੋ, ਪ੍ਰਾਪਤ ਹੋਵੋ। ਸਤਿਗੁਰ ਸਾਓ ਸਿੱਖ ਬਣ ਜਾਰੇ, ਪੂੰਜੀ ਨਾਮ ਲੇਖਾ ਸੋਚ ਸਵਾਰੇ। ਸਤਿਗੁਰੂ ਤਾਂ ਸ਼ਾਹੂਕਾਰ ਨੇ, ਸਿੱਖ ਬਣੇ ਜਾ ਰਹੇ ਨੇ। ਗਿਆਨ ਰੂਪ ਸੌਦੇ ਦੀ ਨਾਮ ਪੂੰਜੀ ਹੈ, ਜੋ ਸੱਚ ਵਿੱਚ ਸੱਚ ਨੂੰ ਸਿਮਰਨਾ, ਸੱਚ ਨੂੰ ਅਰਾਧਨਾ, ਸੱਚ ਤੇ ਚੱਲਣਾ, ਇਹੀ ਲੇਖਾ ਹੈ। ਸੋ ਵਸੈ ਇਤ ਘਰ ਜਿਸ ਗੁਰ ਪੂਰਾ ਸੇਵ, ਅਬ ਚਲ ਨਗਰੀ ਨਾਨਕ ਦੇਵ। ਜਿਸਨੇ ਪੂਰਾ ਸਤਿਗੁਰੂ ਸੇਵਿਆ, ਗੁਰੂ ਦੀ ਛੰਡ ਲਈ, ਗੁਰੂ ਉਪਦੇਸ਼ੀ ਬਣ ਗਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਬਚਨ ਕਹਿੰਦੇ ਨੇ, ਪਿਆਰਿਓ ਸੋ ਇਸ ਘਰ ਵਿੱਚ ਵਸਦਾ ਹੈ। ਬ੍ਰਹਮ ਦੇ ਵਿੱਚ ਆ ਭੇਦ ਹੋ ਜਾਂਦਾ ਹੈ। ਇਹ ਦੇਹ ਵਾਸਤੇ ਸੰਗਤ ਅਬਚਲ ਰੂਪ ਪ੍ਰਕਾਸ਼ ਰੂਪ ਬ੍ਰਹਮ ਦੀ ਨਗਰੀ ਹੈ। ਪਰਮੇਸ਼ਰ ਇਸ ਸਤਸੰਗ ਮਨੁੱਖ ਦੇ ਕਰਕੇ ਭਾਈ ਪ੍ਰਾਪਤ ਹੁੰਦਾ ਮਿਲਦਾ ਹੈ। ਆਸਾਵਰੀ ਮਹਲਾ ਪੰਜਵਾ, ਘਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਹਰ ਸਿਉ ਲਾਗੀ ਪ੍ਰੀਤ, ਸਾਧ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੀਤ। ਹੇ ਭਾਈ ਮੇਰੇ ਮਨ ਦੀ ਹਰੀ ਨਾਲ ਪ੍ਰੀਤੀ ਲੱਗੀ ਹੈ। ਸਾਧੂਆਂ ਦਾ ਸੰਗ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਹੋਏ ਦੀ ਸੱਚੀ ਸ਼ੁੱਧ ਰੀਤੀ ਹੋ ਗਈ, ਕਿਉਂਕਿ ਸੰਗ ਰੱਬ ਦੇ ਜਨਾਂ ਦਾ ਹੋਇਆ। ਦਰਸ਼ਨ ਕੀ ਪਿਆਸ ਘਣੀ, ਚਿਤਵਤ ਅਨਕ ਪ੍ਰਕਾਰ। ਕਰੋ ਅਨੁਗ੍ਰਹ ਪਾਰ ਬ੍ਰਹਮ ਹਰ, ਕਿਰਪਾ ਧਾਰ ਮੁਰਾਰ। ਮੈਨੂੰ ਹਰੀ ਦੇ ਦਰਸ਼ਨਾਂ ਦੀ ਬੜੀ ਪਿਆਸ ਹੈ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨੰਦ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਇਹ ਸਤਿਗੁਰੂ ਆਪ ਮਿਲਾਵੋ। ਅਨੇਕ ਪ੍ਰਕਾਰ ਮੈਂ ਇਹੀ ਚਿਤਵਨ ਕਰਦਾ ਹਾਂ, हे ਪ੍ਰਭੂ ਕਿਰਪਾ ਧਾਰ ਕਰਕੇ ਅਨੁਗ੍ਰਹ ਕਰੋ, ਮਿਹਰ ਕਰੋ। ਮਨ ਪਰਦੇਸੀ ਆਇਆ, ਮਿਲਿਓ ਸਾਧ ਕੈ ਸੰਗ। ਜਿਸ ਵਖਰ ਕੋ ਚਾਹਤਾ, ਸੋ ਪਾਇਓ ਨਾਮੇ ਰੰਗ। ਇਹ ਭਾਈ ਇਹ ਜੀਵ ਪਰਦੇਸੀ 84 ਵਿੱਚ ਭਰਮ ਦਾ ਹੋਇਆ ਆਇਆ। 84 ਲੱਖ ਜੂਨ ਦਾ ਮਨੁੱਖ ਬਾਦਸ਼ਾਹ ਹੈ। 42 ਧਰਤੀ ਵਿੱਚ 42 ਜਲ, 84 ਲੱਖ ਜੋਨ ਅਪਾਈ। ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਏਗਾ। ਇਹ ਪੌੜੀ ਹੈ, ਮਾਰਗ ਹੈ ਮਿਲਣ ਦਾ, ਜੋ ਮਨੁੱਖਾ ਜਨਮ ਹੈ। ਨੇ ਜਨਮ ਭੋ ਕੇ ਆਏ ਹਾਂ, ਇੱਕ ਵਾਰੀ ਮਿਲੀ ਹੈ ਮਿਲਣ ਦੀ। ਗੋਬਿੰਦ ਮਿਲਣ ਕੀ, ਇਹ ਤੇਰੀ ਵਧੀਆ ਵਾਰੀ ਹੈ। ਪਾਤਸ਼ਾਹ ਫਰਮਾਉਂਦੇ ਨੇ, ਮਨ ਪਰਦੇਸੀ ਆਇਆ, ਮਿਲਿਓ ਸਾਧ ਕੈ ਸੰਗ। ਭਰਮ ਦਾ ਹੋਇਆ 84 ਵਿੱਚ ਆਇਆ, ਅਬ ਸਾਧੂ ਦੇ ਸੰਗ ਵਿੱਚ ਮਿਲਿਆ ਹੈ। ਰੱਬ ਦੇ ਜਨਾਂ ਦੀ ਸੰਗਤ ਹੋਈ। ਜਿਸ ਮੁਕਤ ਸੌਦੇ ਨੂੰ ਚਾਹੁੰਦਾ ਸੀ ਮੈਂ ਮੁਕਤ ਹੋ ਜਾਵਾਂ, ਜਨਮਾਂ ਵਿੱਚ ਨਾ ਪਾਵਾਂ, ਸੋ ਨਾਮ ਦੇ ਪ੍ਰੇਮ ਕਰਕੇ ਅਬ ਪਾ ਲਿਆ। ਜਪਿਆ ਨਾਮ ਨੂੰ ਪ੍ਰਾਪਤੀ ਹੋ ਗਈ।
जेते माया रंग रस बिन सजाए खिन माहे। भगत रते तेरे नाम स्यों सुख पहुँचे सब ठाए। सतगुरु गुरु अर्जन देव महाराज जी परिपूर्ण परमात्मा के सन्मुख बेनती बख्शदे ने, हे मेरे परवरदिगार, जितने माया के रंग रस ने सब खिण विच नाश हो जाते हैं। हे प्रभु, भगत जन तेरे नाम विच रते हुए सर्व स्थानां विच सुख भोगते हैं। जो तेरे भगत ने नाम दे विच रते ने, उन्हां दा सुख कदे भंग नहीं हुंदा। सब जग जल तो पेखिया नैचल घर को नाओ। सब जग चल तो पेखिया नैचल घर को नाओ। कर मितराई साध स्यों नैचल पावे ठाओ। सारा संसार सारा जगत नासवंत दिखलाई दिंदा है। एक हरि दा नाम अविनाशी है। साधु नाल मित्रता कर, रब दे जन नाल मित्रता कर, जो मिलिया होया मिला देवेगा। तो अविनाशी स्थान तू पावेगा जे तू मित्र साधु दा बन गया। कर मितराई साध स्यों, पातशाह फरमाउंदे ने, जे मित्रताई करनी तो साधु नाल कर। नैचल पावे ठाओ, अविनाशी स्थान पा लवेगा। मीत साजन सुत बांधवा को होत ना साथ। एक निभाऊ राम नाम दीना का प्रभनाथ। उपकार करता सज्जन अकिरतम उपकारी, पुत्र भाई कोई साथी नहीं हुंदा। कोई बां नहीं फड़दा दुनियावी, माता पिता साग संबंधी। एक दीना दा नाथ दीन बंधु दीन दयाल, जो मेरा प्रभु राम है, सोई निवाह करदा वो पैज रखदा है। चरण कमल बोहत भय लग सागर तरयो ते हैं। भेटियो पूरा सतगुरु साचा प्रभ स्यों ने। जिन्हों अकाल पुरख के चरण कमल जहाज रूप प्राप्त होए ने, तिन्हां दे आसरे सारा संसार सागर तर गया। अंतु तरिया जब पूरा गुरु मिलिया, प्रभु से सच्चा प्रेम लग्या। साध तेरे की जाचना विसरना सौस गरास। जो तुद भावै सो भला तेरा भाण कारज रास। पातशाह गुरु अर्जन देव महाराज जी परिपूर्ण परमात्मा दे सन्मुख बेनती बख्शदे ने। साध तेरी की जाचना विसरना सास गरास। ही मेरे परिपूर्ण परमात्मा, तेरे पास साधु दी यही जाचना मंग है कि हे प्रभु, सास गरास सानू कदे ना भुल। दिन रात तेरी याद चिंतन विच पातशाह जुड़े रहिए। जो आप नू पाउंदा सोई भला चंगा। तेरे हुक्म विच कारज रास हुंदा है। क्योंकि तू मालक है दीन दुनिया दा, आप रखदा है अपने जनां दे। सुख सागर प्रीतम मिले उपजे महानंद। कहो नानक सब दुख मिटे प्रभ भेटे परमानंद। सिखां दे समुंदर प्रीतम सतगुरु जब मिले तो महाआनंद प्रगट हो गए। कैसे उपजे? तब जितने दुख सी सो सब मिट गए।
प्रभु परमानंद रूप मिले ने प्राप्ति हो गई। आसा महला पंजो बिरहड़े घर चौथा शंता की जत। एक ओंकार सतगुर प्रसाद पार ब्रह्म प्रभ सिमरिय प्यारे दर्शन को बल जाओ। जो वियोग दशा विच वाक कहे जामे उन्हां दा नाम बिरहड़े। यह भी एक छंदां दी जाति है। पार ब्रह्म प्रभ सिमरिय प्यारे दर्शन को बल जाओ। ये प्यारे मेरे वाहिगुरु प्रभु का सिमरन करिए दर्शन दे हेत प्रभु परों बलिहार कुर्बान जाइए। जैस सिमरत दुख बीसरे प्यारे सो क्यों तजना जाए। ये प्यारे जिस दे सिमरने करके सब दुख भुल जाते ने, जिस दा नाम जपिया बंदगी करिया उहदे सिमरन नूं कैसे त्यागिया जावे। अर्थात ना त्यागीए दिन ते रात जपीए। एहो तन वेची संत पह प्यारे प्रीतम दे मिलाए। पातशाह फरमाउंदे ने ये प्यारे इस शरीर नूं गुरु संत दे पास बेच दे, अपना स्वत इस विच ना रख। संतन की सलनाई पढ़िया जियो प्राण धन आगे धरे। अपना आप अगे धर, अपना आप रब दे जनां नूं भेटा कर दे कि साडा कुछ भी नहीं। एहो तन वेची संत पह प्यारे प्रीतम दे मिलाए। फिर संत कैसी बख्शिश करनगे। फिर अरदास कर संतां से कि मैनू प्यारे दे मिलाप करा दो, प्रीतम दे मिलाए। सौख सिंगार विखिया के फीके तज छोड़े मेरी माए। ये मेरी माए, हे मेरे भाई संत जनों विषया वकारां दे जितने सुख ते शिंगार ने, खिण भंगर तुछ ने सदीवी रहन वाले ने, सब ने रस फिके ने। विखै वन फीका त्याग री सखिए नाम महारस पियो। बिन रस चाखे बुढ़ गई सगली सुखी न होवत जियो। इन्हां रसां विच सुख नहीं, घणे दुख ने। सच्चे नाम दा रस लै। हे मेरी माए मैंने त्याग दिते ने झूठे रस जो विषया वकारां दे ने। तज छोड़े मेरी माए काम क्रोध लोभ तज गए प्यारे सतगुर चरनी पाए। हे प्यारे जब समर्थ गुरु दी चरनी गुरु ने पा ले ताबे विकार जो काम क्रोध लोभ अहंकार सब असानू छड्ड के चले गए सुते की। कोटि मत दूर हो गई। ਉਹੀ मन जो अमोड़ सी मन कहता मना जपना है। क्योंकि रब दे जना की संगत जो की है। संत मंडल में हार मन वसै संत मंडल में दुरत सब नसै खोटी मत छड्ड के चली गई। क्योंकि संतां दी सभा विच आया मंडली विच आया उही मन अमोड़ जपण लग जाता है। क्योंकि जपण वाले की संगत जो कीती दर्शन देखत ही सुध की ना सुध रखी बुद्ध की ना बुद्ध रही मत में ना मत है। वो मत नहीं वो शुद्ध बुद्ध ही भुल गई। जो जन राते राम स्यों प्यारे अनंत न काहू जाए। ये प्यारे जो दास
राम दे साथ रते ने, सो फिर और जगह नहीं जाते, अबे तबे दी चाकरी नहीं करते। हर रस जिनी चाख्या प्यारे, तृपत रहे आगाए। ये प्यारे जिन्हां ने हरी रस का स्वाद चखिया, सो संत जन मन वाणी करके तृप्त हो रहे ने। अंचल गया साधका, नानक भै सागर पार पराए। जिन्हां ने साधुआं दा पल्ला फड़ लिया। अंचल गया साधका, सो संसार रूप समुद्र तो पार हो गए, क्योंकि जमा की मात बड़ी बुरी है। कबीर जम का ठेंगा बुरा है, ओह नहीं सहिया जाए। एक जो साधु मोहे मिलियो, तेन लिया अंचल लाए। क्योंकि जमा की मात बड़ी बुरी है, वो सहारी नहीं जानी। कोई रब का प्यारा जुड़िया होया मिल जाए, पल्ले नाल लग के तर जाइए। तो सतगुरु पातशाह गुरु अर्जन देव महाराज जी पावन उपदेश दिंदे ने, भाई अंचल गया साधका, नानक भै सागर पार पराए। साधु का पल्ला पकड़े, संसार रूप समुद्र तो पार हो गए। जन्म मरण दुख कटिए प्यारे, जब भेट हर राय। हे प्यारे खरी राय, जब जीव तेनू मिले मेरे वाहे गुरु, तब इसका जन्म मरण का दुख कटिया जाता। सुंदर सुगल सुजान प्रभ, मेरा जीवन दरस रखाए। ये सुंदर चतर तू सुष्टु ज्ञात वाला, मेरा जीवन रूप स्वामी है। मैनू अपना दर्शन दिखला, दर्शन दे। जो जी तुझ ते विछड़े प्यारे, जन्म मरे बिख खाए। ये प्यारे मेरे वाहिगुरु, जो जीव तेरे तो विछड़े होए ने, सो विषयां रूप बिख नूं खा के भोगदे होए, वो जन्म ते मरण विच पै गए। जैसा तू मिले सो मिलै प्यारे, तिस कै लागों पाए। ये प्यारे जिसनों तू मिला लैंदा है, वो मिलदा है। जो मिलिया मैं तिसदे चरणी लगदा हां। जो सुख दर्शन पेखत प्यारे, मुख ते कहण न जाए। ये प्यारे जो सुख आप दा दर्शन देखने नाल मिलदा है, वो मुख तो कहा नहीं जाता। साची प्रीत ना टुटई प्यारे, जुग जुग रही समाए। ये प्यारे मेरे गुरु नानक, जिन्हां दी तेरे साथ सच्ची प्रीति है, मन जुड़िया है, जपदे ने तेरे नाम नूं, वो कदे प्रीति टुटदी नहीं। जुगां जुगां विच समा रही है, उन्हां ते वड्डियां तेरियां बख्शिशां हुंदियां ने। जो तुध भावै सो भला प्यारे, तेरी अमर रजाए। जो तुध भावै सो भला प्यारे, तेरी अमर जाए। के प्यारे जो तैनू पाउंदा है, सानू सोई भला लगदा है। तेरी आग्या अमर ते अमेट है मेरे पातशाह। नानक रंग रते नारायण प्यारे, माते सहज सुभाए। हे नारायण आप दे प्यारे प्रेम विच रते हुए शांत सुभाव करके मस्त रहंदे, क्योंकि रंग चढ़िया है तेरे सच्चे नाम दा। जो राते रंग एक कह नानक गूढ़ा रंग।
ਗੂੜਾ ਰੰਗ ਕਿਹਨਾਂ ਨੂੰ ਚੜ੍ਹਦਾ? ਜੋ ਇੱਕ ਦੇ ਰੰਗ ਵਿੱਚ ਰਤੇ ਜਾਂਦੇ ਨੇ। ਸਭ ਵਿਦ ਤੁਮ ਹੀ ਜਾਣਤੇ ਪਿਆਰੇ, ਕਿਸ ਬਹਿ ਕਹੋ ਸੁਨਾਏ। ਇਹ ਮੇਰੇ ਪਿਆਰੇ ਵਾਹਿਗੁਰੂ, ਤੁਸੀਂ ਸਭ ਵਿਦ ਨੂੰ ਜਾਣਦੇ ਹੋ। ਤੇਰੇ ਤੋਂ ਬਿਨਾ ਅਸੀਂ ਆਪਣੀ ਵਿਦਤਾ ਕਿਸ ਦੇ ਪਾਸ ਜਾ ਕੇ ਸੁਣਾਈਏ। ਤੂੰ ਦਾਤਾ ਜੀਆ ਸਭਨਾ ਕਾ, ਤੇਰਾ ਦਿੱਤਾ ਪਹਿਰੈ ਖਾਏ। ਤੂੰ ਸਭ ਜੀਵਾਂ ਦਾ ਦਾਤਾ ਹੈ, ਤੇਰਾ ਦਿੱਤਾ ਹੋਇਆ ਸੀ ਖਾਂਦੇ ਤੇ ਪਹਿਨਦੇ ਹਾਂ। ਸੁਖ ਦੁੱਖ ਤੇਰੀ ਆਗਿਆ ਪਿਆਰੇ, ਦੂਜੀ ਨਾਹੀ ਜਾਏ। ਇਹ ਪਿਆਰੇ, ਸੁੱਖ ਤੇ ਦੁੱਖ ਸਭ ਤੇਰੀ ਆਗਿਆ ਵਿੱਚ ਨੇ, ਤੇਰੇ ਤੋਂ ਬਿਨਾ ਦੂਜੀ ਜਗ੍ਹਾ ਹੀ ਨਹੀਂ। ਜੋ ਤੂੰ ਕਰਾਵੇਂ ਸੋ ਕਰੀ ਪਿਆਰੇ, ਅਵਰ ਕਿਛ ਕਰਨ ਨਾ ਜਾਏ। ਇਹ ਪਿਆਰੇ, ਜੋ ਤੂੰ ਕਰਾਉਂਦਾ ਹੈ ਸੋ ਕਰਦੇ, ਬਿਨਾ ਤੇਰੀ ਆਗਿਆ ਦੇ ਸਾਤੋਂ ਕੁਝ ਕੀਤਾ ਨਹੀਂ ਜਾਂਦਾ। ਦਿਨ ਰੈਣ ਸਭ ਸੁਹਾਵਣੇ ਪਿਆਰੇ, ਜਿਤ ਜਪੀਐ ਹਰਿ ਨਾਮ। ਇਹ ਹਰੀ ਪਿਆਰੇ, ਜਿਨ੍ਹਾਂ ਕਰਕੇ ਤੇਰਾ ਨਾਮ ਜਪੀਏ ਸੋ ਦਿਨ ਰੈਣ ਸਭ ਸੁਹਾਵਣੇ ਲੱਗਦੇ ਨੇ। ਸਾਈ ਕਾਰ ਕਮਾਵਣੀ ਪਿਆਰੇ, ਤੁਰ ਮਸਤਕ ਲੇਖ ਲਖਾਏ। ਇਹ ਪਿਆਰੇ ਸੀ ਜੀਵ ਜੋ ਆਪ ਸੀ, ਆਪਣੇ ਮਸਤਕ ਵਿੱਚ ਲੇਖ ਲਿਖਾ ਕੇ ਆਏ, ਸੋਈ ਕਾਰ ਕਮਾਵਣੀ ਕਰਦੇ ਹਾਂ। ਏਕੋ ਆਪ ਵਰਤ ਦਾ ਪਿਆਰੇ, ਘਟ ਘਟ ਰਹਿਓ ਸਮਾਏ। ਇਹ ਪਿਆਰੇ, ਤੂੰ ਇੱਕ ਹੀ ਆਪ ਸਭ ਘਟਾਂ ਵਿੱਚ ਵਰਤਦਾ ਹੈ, ਬਾਹਰ ਵੀ ਤੂੰ ਆਪ ਹੀ ਸਮਾਇਆ ਹੈ। ਸੰਸਾਰ ਕੂਪ ਤੇ ਉਧਾਰ ਲੈ ਪਿਆਰੇ, ਨਾਨਕ ਹਰਿ ਸਰਣਾਏ। ਇਹ ਹਰੀ ਪਿਆਰੇ, ਮੈਨੂੰ ਸੰਸਾਰ ਰੂਪ ਕੂਪ ਤੋਂ ਉਧਾਰ ਲੈ, ਨਿਕਾਲ ਲੈ, ਜਨਮ ਮਰਨ ਤੇ ਰਹਿਤ ਕਰ ਲੈ। ਮੈਂ ਤੇਰੀ ਸਰਣਾਗਤ ਵਿੱਚ ਆਇਆ ਹਾਂ। ਹਮ ਬਾਰਿਕ ਤੋ ਸਰਣਾਈ, ਪ੍ਰਭ ਆਪੇ ਪੈਜ ਰਖਾਈ। ਰਾਗ ਆਸਾ ਮਹੱਲਾ ਪਹਿਲਾ, ਪੱਟੀ ਲਿਖੀ ਇਕ ਓੰਕਾਰ ਸਤਿਗੁਰ ਪ੍ਰਸਾਦਿ। ਸਸੈ ਸੋਇ ਸ੍ਰੇਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਜਿਸ ਸਮੇਂ ਬਾਬਾ ਮਹਿਤਾ ਕਾਲੂ ਜੀ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੰਡਿਤ ਜੀ ਦੇ ਪਾਸ ਪੜ੍ਹਨ ਵਾਸਤੇ ਲੈ ਕੇ ਗਏ। ਇੱਕ ਦਿਨ ਪੜ੍ਹ ਕੇ ਦੂਸਰੇ ਦਿਨ ਗੁਰਦੇਵ ਪਾਤਸ਼ਾਹ ਜੀ ਨੇ ਪੰਡਿਤ ਜੀ ਨੂੰ ਉਪਦੇਸ਼ ਰੂਪ ਪੱਟੀ ਪੜ੍ਹਾਈ, ਉਪਦੇਸ਼ ਦਿੱਤਾ ਪੰਡਿਤ ਨੂੰ। ਫਿਰ ਸਤਿਗੁਰੂ ਪਾਤਸ਼ਾਹ ਕੀ ਕਹਿਣ ਲੱਗੇ, ਪੰਡਿਤ ਵੀ ਹੱਥ ਜੋੜ ਕੇ ਬੈਠ ਗਿਆ। ਫਿਰ ਸਤਿਗੁਰੂ ਗੁਰਦੇਵ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਉਚਾਰੀ, ਬਚਨ ਕਹਿਣ ਲੱਗੇ, ਸਸੈ ਸੋਏ ਸ੍ਰੇਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। हे ਪੰਡਿਤ ਜੀ, ਸੱਸੇ ਅੱਖਰ ਦਾ ਇਹ ਵਿਚਾਰ ਹੈ, ਜਿਸ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ, ਸੁੰਦਰ ਜਗਤ ਜਿਸ ਵਾਹੇ ਗੁਰੂ ਨੇ ਸਾਜਿਆ ਹੈ, ਸੋਈ ਇੱਕ ਸਭ ਜੀਵਾਂ ਦਾ ਸਾਹਿਬ ਹੋਇਆ ਹੈ। ਜਿਨ ਗੁਰਮੁਖਾਂ ਦਾ ਚਿੱਤ ਵਾਹਿਗੁਰੂ ਦੀ ਸੇਵਾ ਵਿੱਚ ਲੱਗਿਆ ਹੈ, ਤਿਨਾਂ ਦਾ ਸੰਸਾਰ ਵਿੱਚ ਆਉਣਾ ਸਫਲ ਹੋਇਆ ਹੈ। ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵਹਿ ਵੀਰਾ, ਤੋ ਪੜਿਓ। हे ਭਾਈ, ਮੂੜ ਮਨ ਵਾਲੇ ਪੁਰਖ, ਤੂੰ ਸਰਵਣ ਮਨਨ ਸੁਧ ਪਰਮਾਤਮਾ ਨੂੰ ਮਨ ਵਿੱਚ ਕਿਉਂ ਭੁਲਾਉਂਦਾ ਹੈ? ਕਿਉਂ ਭੁੱਲਦਾ ਹੈ ਮਨ ਤੋਂ ਵਾਹਿਗੁਰੂ?
ਜੋ ਪਰਲੋਕ ਵਿੱਚ ਲੇਖਾ ਦੇਵੇਗਾ, ਲੇਖਾ ਰੱਬ ਮਗੇਸੀਆ ਬੈਠਾ ਕੱਢ ਬਹੀ, ਕਿਉਂਕਿ ਲੇਖਾ ਮੰਗਿਆ ਜਾਣਾ ਹੈ। ਤਾਂ ਪੜ੍ਹਿਆ ਅਨਪੜ੍ਹਿਆ ਮਾਲੂਮ ਹੋਵੇਗਾ, ਭਾਵੇਂ ਕਿ ਇਹ ਹਿਸਾਬ ਉੱਥੇ ਕੰਮ ਨਹੀਂ ਆਉਣਾ। ਪੜ੍ਹਿਆ ਅਨਪੜ੍ਹਿਆ ਨਹੀਂ ਉੱਥੇ ਜਾਣਿਆ ਜਾਣਾ। ਜੋ ਪ੍ਰਾਣੀ ਗੋਬਿੰਦ ਤੇ ਆਵੈ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੈ। ਜੋ ਜਪੇਗਾ ਉਹ ਪਰਮ ਗਤੀ ਪਾਵੇਗਾ, ਭਾਵੇਂ ਅਨਪੜ੍ਹ ਭਾਵੇਂ ਪੜ੍ਹਿਆ। ਉੱਥੇ ਇਹ ਨਹੀਂ ਕਿ ਪੜ੍ਹਿਆ ਹੋਇਆ ਹੈ। ਪੰਡਿਤ ਕਹਿਣ ਲੱਗਾ, ਸਤਿਗੁਰੂ ਆਪ ਆਪਣੇ ਅੱਖਰ ਸਾਰਥਕ ਪੜ੍ਹਾਓ, ਜਿਸसे ਅਸੀਂ ਲੇਖੇ ਤੋਂ ਛੁੱਟ ਜਾਈਏ। ਪੰਡਿਤ ਕਹਿਣ ਲੱਗਾ ਗੁਰਦੇਵ ਜੀ। ਤਾਂ ਪਾਤਸ਼ਾਹ ਜੀ ਬੋਲੇ, ਗੁਰੂ ਨਾਨਕ ਦੇਵ ਮਹਾਰਾਜ, ਇਹ ਪੰਡਿਤ ਜੀ ਜੋ ਆਪਣੇ ਪੱਟੀ ਪਰ ਅੱਖਰ ਲਿਖ ਕਰਕੇ ਦਿੱਤੇ ਨੇ, ਅਸੀਂ ਤਿੰਨ ਸਭਨਾਂ ਦਾ ਤੈਨੂੰ ਅਰਥ ਸੁਣਾਉਂਦੇ ਹਾਂ। ਜੋ ਤੂੰ ਅੱਖਰ ਆਪ ਲਿਖ ਕੇ ਸਾਨੂੰ ਦਿੱਤੇ ਨੇ, ਅਸੀਂ ਤੈਨੂੰ ਉਹਨਾਂ ਦਾ ਹੀ ਅਰਥ ਸੁਣਾਉਂਦੇ ਹਾਂ। ਆਪ ਮਨਨ ਕਰੋ, ਸੁਣੋ, ਆਪ ਦਾ ਮਨੁੱਖ ਜਨਮ ਸਫਲ ਹੋ ਜਾਵੇਗਾ। ਪਾਤਸ਼ਾਹ ਨੇ ਪੰਡਿਤ ਨੂੰ ਬਚਨ ਕਹੇ, ਈ ਬੜੀ ਆਦ ਪੁਰਖ ਹੈ ਦਾਤਾ, ਆਪੇ ਸੱਚਾ ਸੋਈ। ਇਹਨਾਂ ਅੱਖਰਾਂ ਮਹਿ ਜੋ ਗੁਰਮੁਖ ਬੂਝੈ, ਤਿਸ ਸਿਰ ਲੇਖ ਨਾ ਹੋਈ। ਗੁਰੂ ਨਾਨਕ ਦੇਵ ਮਹਾਰਾਜ ਜੀ ਪੰਡਿਤ ਨੂੰ ਕਹਿਣ ਲੱਗੇ, ਈਵੜੀ ਆਦ ਪੁਰਖ ਹੈ, ਜਿਵੇਂ ਈੜੀ ਅੱਖਰ। ਇਹ ਪੰਡਿਤ ਜੀ, ਈੜੀ ਇਹ ਕਹਿੰਦੀ ਹੈ ਕਿ ਜੋ ਆਦ ਪੁਰਖ ਦਾਤਾ ਹੈ ਮੇਰਾ ਵਾਹਿਗੁਰੂ, ਸੋਈ ਆਪ ਸੱਚਾ ਹੈ, ਪ੍ਰਪੰਚ ਝੂਠਾ ਹੈ, ਮਿਥਿਆ ਹੈ। ਸੋ ਇਨ ਅੱਖਰਾਂ ਹੀ ਕੇ ਅਰਥਾਂ ਵਿੱਚ ਜੋ ਗੁਰਮੁਖ ਸਮਝਦਾ ਹੈ, ਤੇ ਸਿਰ ਪਰ ਫਿਰ ਜਨਮ ਤੇ ਮਰਨ ਦਾ ਲੇਖਾ ਨਹੀਂ ਹੁੰਦਾ। ਊੜੈ ਉਪਮਾ ਤਾਂ ਕੀ ਕੀਜੈ, ਜਾ ਕਾ ਅੰਤ ਨਾ ਪਾਇਆ। ਸੇਵਾ ਕਰੇ ਸੇ ਫਲ ਪਾਵੇ, ਜਿਨੀ ਸੱਚ ਕਮਾਇਆ। ਇਹ ਪੰਡਿਤ ਜੀ ਊੜਾ ਅੱਖਰ ਕਹਿੰਦਾ, ਉਪਮਾ ਉਸ ਦੀ ਕਰੀਏ, ਗੁਣ ਉਸ ਦੇ ਗਾਈਏ, ਜਿਹਦੀ ਉਪਮਾ ਦਾ ਕਿਸੇ ਨੇ ਅੰਤ ਨਾ ਪਾਇਆ ਹੋ। ਜੇ ਗੁਣ ਗਾਉਣੇ ਨੇ, ਉਪਮਾ ਕਰਨੀ, ਉਸ ਮਾਲਕ ਦੀ ਕਰ, ਉਸ ਸਾਹਿਬ ਦੇ ਗੁਣ ਗਾ, ਜਿਸਦਾ ਕਿਸੇ ਨੇ ਅੰਤ ਨਹੀਂ ਪਾਇਆ। ਜਿਨ੍ਹਾਂ ਨੇ ਸੱਚੇ ਨਾਮ ਨੂੰ ਜਪਿਆ, ਕਮਾਇਆ, ਸੇਵਾ ਕਰਦੇ ਨੇ, ਉਹ ਫਲ ਪਾਉਂਦੇ ਨੇ, ਮੁਕਤੀ ਪਾ ਲੈਂਦੇ ਨੇ। ਮੰਗੈ ਗਿਆਨ ਬੂਝੈ ਜੇ ਕੋਈ, ਪੜ੍ਹਿਆ ਪੰਡਿਤ ਸੋਈ। ਸਰਬ ਜੀਆਂ ਮੈਂ ਏਕੋ ਜਾਣੈ, ਤਾਹੋ ਮੈਂ ਕਹਿ ਨਾ ਕੋਈ। ਇਹ ਪੰਡਿਤ ਜੀ ਜੋ ਗਿਆਨ ਨੂੰ, ਪਰਮਾਤਮਾ ਨੂੰ ਜਾਣਦਾ, ਸ਼ਾਸਤਰ ਪੜ੍ਹਿਆ ਹੋਇਆ ਸੋਈ ਪੰਡਿਤ ਹੈ। ਤਿਸ ਦਾ ਪੜ੍ਹਿਆ ਸਫਲ, ਜਬ ਸਭ ਜੀਵਾਂ ਵਿੱਚ ਇੱਕ ਪਰਮਾਤਮਾ ਨੂੰ ਜਾਣੇ, ਤਾਂ ਫਿਰ ਕਦੇ ਵੀ ਹਉਮੈ ਨਹੀਂ ਕਰਦਾ। ਕਕੈ ਕੇਸ ਪੁੰਡਰ ਜਬ ਹੋਏ, ਬੈਣ ਸਾਬੂਨੈ ਉਜਲਿਆ। ਜਬ ਰਾਜੇ ਕੇ ਹੇਰੂ ਆਏ, ਮਾਇਆ ਕੈ ਸੰਗਲ ਬੰਧ ਲਿਆ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ, ਪੰਡਿਤ ਜੀ ਕੱਕਾ ਇਹ ਕਹਿੰਦਾ ਹੈ, ਜਬ ਕੇਸ ਚਿੱਟੇ ਹੋ ਗਏ, ਜਵਾਨੀ ਚਲੀ ਗਈ, ਬੁਢੇਪਾ ਆ ਗਿਆ। ਕੈਸੇ ਹੋ ਗਏ? ਜੈਸੇ ਸਾਬਣ ਤੋਂ ਕੱਪੜਾ ਉਜਲਾ ਹੋ ਜਾਂਦਾ ਹੈ, ਐਸੇ ਬਿਨਾਂ ਕੀ ਕਾਰਨ ਕੇਸ ਉਜਲ ਹੋ ਗਏ, ਬੁਢੇਪਾ ਆ ਗਿਆ। ਜਵਾਨੀ ਗਈ, ਬੁਢੇਪਾ ਆਇਆ, ਉਮਰਾਂ ਲੱਗੀ ਕਿਨਾਰੇ। ਹੁਣ ਉਮਰ ਕਿਨਾਰੇ ਲੱਗ ਗਈ, ਅੱਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ। ਮਾਨੋ ਹੁਣ ਅੱਗਾ ਨੇੜੇ ਆ ਗਿਆ, ਪਿੱਛਾ ਦੂਰ ਰਹਿ ਗਿਆ। ਤਬ ਜਮ ਰਾਜੇ ਦੇ ਭੇਜੇ ਹੋਏ ਹੇਰੂ ਦੇਖਣ ਵਾਲੇ ਦੂਤ ਆ ਗਏ। ਤਿਨਾਂ ਨੇ ਮਾਇਆ ਦੇ ਪਿਆਰਿਆਂ ਨੂੰ, ਜਿਨ੍ਹਾਂ ਦਾ ਪਿਆਰ ਸੀ,
ਧਨ ਮਾਇਆ ਪਦਾਰਥਾਂ ਨਾਲ, ਮਹੱਲਾ ਨਾਲ, ਜਾਇਦਾਦ ਨਾਲ, ਜੋ ਲੋਭ ਦੇ ਵਿੱਚ ਗਰਸੇ ਹੋਏ ਸੀ। ਫਿਰ ਗਲ ਵਿੱਚ ਸੰਗਲ ਪੈਂਦੇ ਨੇ, ਜਮਦੂਤ ਪਾਉਂਦੇ ਨੇ। ਗਲ ਸੰਗਲ ਘੱਤ ਚਲਾਇਆ, ਸੰਗਲ ਗਲ ਵਿੱਚ ਪਾ ਕੇ ਬੰਨ੍ਹ ਕੇ ਫਿਰ ਮਾਰ ਕੁਟਾਈ ਕਰਦੇ ਲੈ ਕੇ ਜਾਂਦੇ ਨੇ। ਕੋਈ ਰਿਆਤ ਨਹੀਂ ਹੁੰਦੀ ਉਹਨਾਂ ਨੂੰ, ਮਾਇਆ ਧਾਰੀਆਂ ਨੂੰ। ਜਮ ਲੋਕ ਨੂੰ ਲੈ ਗਏ, ਜਮ ਰਾਜੇ ਕੇ ਹੀਰੂ ਆਏ, ਮਾਇਆ ਕੈ ਸੰਗਲ ਬੰਧ ਲਿਆ। ਮਾਇਆ ਦੇ ਹੀ ਸੰਗਲਾਂ ਸੇ ਜੋ ਦਿਖਾਈ ਨਹੀਂ ਦਿੰਦੇ, ਜੀਵ ਨੂੰ ਬੰਧ ਲਿਆ। ਖਖੈ ਖੁੰਦਕਾਰ ਸਾਹ ਆਲਮ, ਘਰ ਖਰੀਦ ਜਿਨ ਖਰਚ ਦਿਓ। ਬੰਧਨ ਜਾ ਕੇ ਸਭ ਜਗ ਬਾਂਧਿਆ, ਅਵਰੀ ਕਾ ਨਹੀਂ ਹੁਕਮ ਪਿਆ। ਇਹ ਪੰਡਤ ਜੀ ਖੱਖਾ ਅੱਖਰ ਇਹ ਕਹਿੰਦਾ ਹੈ, ਖੁੰਦਕਾਰ ਸਾਹ ਆਲਮ, ਸਾਤੋਂ ਵਲੈਤੋਂ ਦਾ ਪਾਤਸ਼ਾਹ ਸੋ ਇੱਕ ਉਹੀ ਹੈ। ਧੋਬੀ ਦੇ ਪਟਰੇ ਦਾ ਕਿੱਲਾ ਭਾਵ ਸੰਸਾਰ ਦਾ ਆਸਰਾ ਰੂਪ ਪਾਤਸ਼ਾਹ ਉਹੀ ਹੈ। ਘਰ ਖਰੀਦ ਭਾਵ ਰਚ ਕਰਕੇ ਸੰਸਾਰ ਨੂੰ ਫਿਰ ਖਾਣ ਪਾਣ ਪਹਿਰਾਨ ਖਰਚ ਵੀ ਦਿੱਤਾ ਹੈ ਵਾਹਿਗੁਰੂ ਨੇ, ਮਾਲ ਵੀ ਦਿੱਤਾ, ਅਭਾਵ ਕੀਤਾ। ਜਿਸ ਦੇ ਹੁਕਮ ਰੂਪ ਬੰਧਨ ਤੇ ਇਹ ਸਾਰਾ ਸੰਸਾਰ ਬੰਧਿਆ ਹੋਇਆ। ਇਸ ਪਰ ਔਰ ਕਿਸੇ ਦਾ ਹੁਕਮ ਨਹੀਂ ਹੁੰਦਾ, ਸਾਰੇ ਉਸ ਪਰਵਰਦਗਾਰ ਦੇ ਹੁਕਮ ਦੇ ਵਿੱਚ ਨੇ। ਗੱਗੈ ਗੋਏ ਗਾਏ ਜਿਨ ਛੋਡੀ, ਗਲੀ ਗੋਬਿੰਦ ਗਰਭ ਪਿਆ। ਘੜ ਭਾਂਡੇ ਜਿਨ ਆਵੀ ਸਾਜੀ, ਚਾੜਨ ਵਾਗੈ ਤਈ ਕੀਓ। ਇਹ ਪੰਡਤ ਜੀ ਗੱਗਾ ਕਹਿੰਦਾ, ਗੋਬਿੰਦ ਦੀ ਬਾਣੀ ਗਾਉਣੇ ਸੇ ਜਿਸ ਨੇ ਛੱਡ ਦਿੱਤੀ, ਜੋ ਪਰਮੇਸ਼ਰ ਦੇ ਗੁਣ ਨਹੀਂ ਗਾਉਂਦਾ, ਨਾਮ ਨੂੰ ਨਹੀਂ ਜਪਦਾ, ਕੀਰਤਨ ਨਹੀਂ ਕਰਦਾ, ਬਹੁਤ ਹੀ ਬਾਤਾਂ ਸਿੱਖ ਕੇ ਹੰਕਾਰੀ ਹੋ ਗਿਆ। ਸੋ ਸਰੀਰਾਂ ਨੂੰ ਰਚ ਕਰਕੇ ਜਿਸ ਨੇ ਚਾਰ ਖਾਣੀ, ਅੰਡਜ ਜੇਰਜ ਉਤਪਜ ਸੇਤਜ, ਚਾਰ ਖਾਣੀਆਂ। ਜੜ ਚੇਤਨ ਬ੍ਰਹਮੰਡ ਰੂਪ ਆਵੀ ਸਾਜੀ ਹੈ ਵਾਹਿਗੁਰੂ। ਪਾਲਣਾ ਨਾਸ ਕਰਨ ਵਾਸਤੇ ਸ਼ਿਵ ਜੀ ਮਹਾਰਾਜ ਬ੍ਰਹਮਾ ਵਿਸ਼ਨ ਮਹੇਸ਼ ਤਿੰਨਾਂ ਨੂੰ ਤਾਇਨਾਤ ਕੀਤਾ, ਸਥਿਤ ਕੀਤਾ। ਪ੍ਰਸੰਗ ਵਿੱਚ ਜਿਸ ਨੇ ਗੋਬਿੰਦ ਸੰਬੰਧੀ ਬਾਣੀ ਗਾਵਣੀ ਛੱਡ ਦਿੱਤੀ, ਨੂੰ ਸੰਸਾਰ ਆਵੀ ਵਿੱਚ ਚੜ੍ਹਨ ਵਾਸਤੇ ਤਿਆਰ ਕੀਤਾ। ਪਰਮੇਸ਼ਰ ਤੋਂ ਬੇਮੁਖ ਜੀਵ ਸਦੀਵ ਜਨਮਦੇ ਮਰਦੇ ਤੇ ਦੁੱਖ ਪਾਉਂਦੇ ਨੇ, ਵੀ ਜਮਾਂ ਦੀਆਂ ਮਾਰਾਂ ਪੈਂਦੀਆਂ ਨੇ। ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਨ ਜਨਮ ਬਜੋਗ। ਕਿਨ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ। ਘੱਗੈ ਕਾਲ ਸੇਵਕ ਜੇ ਕਾਲ, ਸ਼ਬਦ ਗੁਰੂ ਕੈ ਲਾਗ ਰਹਿ। ਬੁਰਾ ਭਲਾ ਜੇ ਸਮ ਕਰ ਜਾਣ, ਇਨ ਵਿਦ ਸਾਹਿਬ ਰਮਤ ਰਹਿ। ਪਾਤਸ਼ਾਹ ਫਰਮਾਉਂਦੇ ਨੇ, ਘੱਗੈ ਕਾਲ ਸੇਵਕ ਜੇ ਕਾਲ, ਸ਼ਬਦ ਗੁਰੂ ਕੈ ਲਾਗ ਰਹਿ। ਇਹ ਪੰਡਤ ਜੀ ਜੋ ਘੱਗਾ ਅੱਖਰ ਹੈ ਉਹਦਾ ਸਿਧਾਂਤ ਕੀ ਕਹਿੰਦਾ ਹੈ? ਘੱਗਾ ਅੱਖਰ, ਘੱਗੇ ਅੱਖਰ ਨੇ ਇਹ ਕਿਹਾ ਹੈ ਕਿ ਜੋ ਸੇਵਕ ਹੋ ਕੇ ਸੇਵਾ ਕਰੇ। ਘਾਲਣਾ ਘਾਲੇ, ਕਿਉਂਕਿ ਘਾਲਣਾ ਘਾਲੀ ਅਜਾਈ ਨਹੀਂ ਜਾਂਦੀ ਗੁਰੂ ਨਾਨਕ ਦੇ ਘਰ। ਪਤਤ ਪਾਵਨ ਹਰ ਬਿਰਧ ਸਦਾਈ, ਇੱਕ ਤਿਲ ਨਹੀਂ ਭੰਨੇ ਘਾਲੇ। ਇੱਕ ਤਿਲ ਦੀ ਘਾਲਣਾ ਵੀ ਗੁਰੂ ਨਾਨਕ ਥਾਂ ਪਾਉਂਦਾ। ਔਰ ਗੁਰੂ ਸ਼ਬਦ ਵਿੱਚ ਲੱਗਿਆ ਰੱਖੇ, ਕਿਆ ਵਿਚਾਰਦਾ ਰਹੇ। ਜੇ ਬੁਰਾ ਭਲਾ ਸਮਾਨ ਜਾਣੇ ਤੋ ਇਸ ਵਿਧੀ ਵਾਲਾ ਸਾਹਿਬ ਵਾਹਿਗੁਰੂ ਨਾਲ ਰਮਣ ਕਰਦਾ ਰਹਿੰਦਾ। ਚੱਚੈ ਚਾਰ ਵੇਦ ਜਿਨ ਸਾਜੇ, ਚਾਰੇ ਖਾਣੀ ਚਾਰ ਜੁਗਾਂ। ਜੁਗ ਜੁਗ ਜੋਗੀ ਖਾਣੀ ਭੋਗੀ,
पढ़िया पंडित आप थियो। ये पंडित जी चचे अखर ने ये बयान किया है, ये सिद्धांत है चचे अखर का कि जिस साहिब परमेश्वर ने 4 वेद रचे ने, ऋग जुजुर साम अथर्वण, और 4 खानियां ने, अंडज जेरज सेतज उत्पुज, और 4 युग ने, सतयुग रेता द्वापर कलयुग। चारे युगां विच जिसकी सतह जुड़ रही है। 4 वेद ने, 4 खानियां ने, 4 खानियां दे जीव ने जगत विच। अंडज जेरज उत्पुज सेतज तेरे कीते जनता, साजन वाला मेरा वाहिगुरु है सबना। 4 युग ने, चारे युगां में जिसकी सता जुड़ रही, ऐसा जोगी है। 4 खानियां विच भोग करता है मेरा वाहिगुरु, ऐसा बड़ा भोगी भी है। जोगी अंदर जोगिया तू भोगी अंदर भोगिया, तेरा अंत ना पाया सुरग मछ पयाल जी। उस दाते का किसी ने अंत नहीं पाया। बड़ा जोगी भी आप, भोगी भी आप विद्यार्थी होया, आप ही पढ़ावने वाला होया। ये पंडित जी परमेश्वर पास इस तरह आप बेनती करिए। पातशाह कहन लगे, सच्चै छाया भारती सब अंतर, तेरा किया परम हुआ। परम उपाय भुलाइयन आपे, तेरा कर्म हुआ तिन गुरु मिलिया। सच्चे अखर द्वारा पातशाह फरमाउंदे ने, हे प्रभु सब जीवां दे हिरदे विच अविद्या वरत रही है, तेरा कीता होया इन जीवां नूं भरम हो रहा, क्योंकि भरम विच भी तू पाए, तेरे हुक्म तो बिना तो पता भी नहीं झूलता। तू मालिक है चोजी प्रीतम है, ने भरम नूं उत्पत करके सैटी आपे ही अपने विच भुला दित्ती। क्योंकि तू मालिक है दीन दुनिया का, जिन्हां पर तेरा करम किरपा हुई, तिन्हां नूं गुरु मिलिया। सानू गुरु मिला के भरम निवृत्त करो। जजै जान मंगत जन जाचै, 184 भीख भवियो। एको लेवै एको देवै, अवर न दूजा मैं सुनियो। पातशाह फरमाउंदे ने, जजै जान मंगत जन जाचै, 184 भीख भविया। एको लेवै एको देवै, अवर न दूजा मैं सुनिया। जजे अखर का यह सिद्धांत है कि पंडित जी जिस ज्ञान तो बिना जीव 84 लख जूनिया विच फिरदा है, ज्ञान नहीं अज्ञानी अविद्या विच रचिया होया 84 लख जूनिया भोगदा दुख पाउंदा। दास भिखारी हो के पातशाह अपने आप को मुखादब करते हुए वचन कहते हैं, दास भिखारी हो के परमेश्वर तो सो ज्ञान मंगे। जजै जान मंगत जन जाचै, 184 भीख भविया। एको लेवै एको देवै, अवद न दूजा मैं सुनिया। एक परमेश्वर ही लैंदा है, वही एक दिंदा है, मैंने तो कोई दूजा सुनिया ही नहीं। दो पातशाह जी ने वचन कीते, पंडित ने हथ जोड़े, बख्शीशा सतगुरु तो लईयां। क्योंकि वह मालक दीन दुनिया का जो आप जगत नूं तारने आया है। सतगुरु की अवधि ते चलीए, गुर शब्दी गुरमतीए बणीए। नाम नूं जपीए संग करिए, सतपुरुषां दा अपना अमोलक जन्म सफल हो जाएगा। हे अच्युत हे पाद ब्रह्म।